Audio Jungle. Audio Jungle. ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਅਪਾਇੰਟ ਕੀਤੇ ਹੋਏ। ਉਹਨਾਂ ਦਾ ਖਾਲਿਸਤਾਨ ਪ੍ਰਤੀ ਜੋ ਬਿਆਨ ਆਇਆ ਹੈ ਕਿ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ, ਜੇ ਸਰਕਾਰ ਦੇਗੀ ਤੇ ਅਸੀਂ ਜ਼ਰੂਰ ਲਵਾਂਗੇ, ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ। ਇੱਕ ਇੰਪੋਰਟੈਂਟ ਇੰਸਟੀਟਿਊਸ਼ਨ ਦੀ ਪੋਸਟ 'ਤੇ ਬੈਠਾ ਬੰਦਾ ਜਦੋਂ ਇਹ ਗੱਲ ਕਹਿ ਰਿਹਾ ਹੈ ਤੇ ਉਸ ਦੀ ਆਪਣੀ ਇੱਕ ਬਹੁਤ ਵੱਡੀ ਮਹੱਤਤਾ ਹੁੰਦੀ ਹੈ। ਦੇਖੋ, ਇੰਡੀਅਨ ਗੌਰਮੈਂਟ, ਪੋਲੀਟੀਸ਼ੀਅਨਸ ਅਤੇ ਬਹੁਤ ਸਾਰੇ ਜਿਹੜੇ ਵਿਰੋਧੀ ਧਿਰ ਹੈ, ਉਹ ਅਕਸਰ ਇਹ ਪ੍ਰੋਪੇਗੰਡਾ ਕਰਦੇ ਨੇ ਕਿ ਖਾਲਿਸਤਾਨੀ ਢਾਈ ਟੋਟਰੂ ਨੇ, ਮੁੱਠੀ ਭਰ ਨੇ। ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕਹਿਣਾ ਕਿ ਹਰ ਸਿੱਖ ਖਾਲਿਸਤਾਨੀ ਚਾਹੁੰਦਾ ਹੈ, ਉਸਨੇ ਉਸ ਪ੍ਰੋਪੇਗੰਡਾ ਨੂੰ ਇੱਕੋ ਵਾਰ ਨੱਥ ਪਾਈ ਹੈ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਖਾਲਿਸਤਾਨੀ ਢਾਈ ਟੋਟਰੂ ਨਹੀਂ 2 ਕਰੋੜ ਹਨ। ਉਹਨੇ ਖਾਲਿਸਤਾਨ ਦੇ ਵਿਰੁੱਧ ਬੋਲਣ ਵਾਲਿਆਂ ਦੇ ਮੂੰਹ ਸੀਤੇ ਹਨ, ਮੂੰਹ ਬੰਦ ਕੀਤੇ ਹਨ। ਨੰਬਰ 1, ਹਿੰਦੁਸਤਾਨ ਦੀ ਸਰਕਾਰ ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਐਸਪੀਰੇਸ਼ਨ, ਜਿਹੜੀ ਇੱਛਾ ਹੈ, ਜਿਹੜੀ ਰੀਝ ਹੈ, ਡਿਜ਼ਾਇਰ ਹੈ, ਉਸ ਨੂੰ ਮੰਨਣ ਤੋਂ ਇਨਕਾਰੀ ਹੈ। ਉਸਨੇ ਹਿੰਦੁਸਤਾਨ ਨੂੰ ਵੀ ਇੱਕ ਮੈਸੇਜ ਦਿੱਤਾ ਹੈ ਕਿ ਤੁਸੀਂ ਬੇਸ਼ੱਕ ਅੱਖਾਂ ਮੀਟੀਆਂ ਨੇ, ਪਰ ਹਰ ਸਿੱਖ ਆਪਣੇ ਮਨ ਅੰਦਰ ਇਹ ਰਾਜ ਦੀ ਭਾਵਨਾ ਲੈ ਕੇ ਬੈਠਾ ਹੈ। ਜਦੋਂ ਦਾ ਸਿੱਖ ਕੌਮ ਦਾ ਰਾਜ ਖੁੱਸਿਆ, ਉਦੋਂ ਦਾ ਸਿੱਖ ਆਪਣਾ ਰਾਜ ਮੁੜ ਹਾਸਲ ਕਰਨ ਲਈ ਯਤਨਸ਼ੀਲ ਹਨ। ਅਜੋਕੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖਾਂ ਨੇ ਇੱਕ ਜੰਗ ਲੜੀ ਹੈ, ਯੁੱਧ ਲੜਿਆ ਔਰ ਸੰਘਰਸ਼ ਕੀਤਾ ਹੈ। ਔਰ 36 ਸਾਲ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਖੂਨ ਵਗਾਇਆ, ਪਸੀਨਾ ਡੋਲਿਆ, ਦੋਨੇ ਖੂਨ ਅਤੇ ਪਸੀਨਾ ਡੋਲਣ ਵਾਲੇ ਹਰ ਸਿੰਘ ਸਿੰਘਣੀ ਨੂੰ ਮਾਨਤਾ ਦਿੱਤੀ ਹੈ। ਉਹਨਾਂ ਦੀ ਇੱਕ ਮੋਰਲ ਵਿਕਟਰੀ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਬਿਆਨ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਅਕਾਲ ਤਖਤ ਦੀ ਸੀਟ 'ਤੇ ਬੈਠੇ ਇਹੋ ਜਿਹੀ ਸ਼ਖਸੀਅਤ ਜਦੋਂ ਖਾਲਿਸਤਾਨ ਦੇ ਫੇਵਰ ਵਿੱਚ ਬਿਆਨ ਦਿੰਦੇ ਨੇ, ਤਾਂ ਉਹ 36 ਸਾਲ ਦੇ ਸੰਘਰਸ਼ ਉੱਤੇ ਆਪਣੀ ਇੱਕ ਮੋਹਰ ਵੀ ਲਾਉਂਦੇ ਨੇ। ਸੋ ਇਹ ਖਾਲਿਸਤਾਨੀਆਂ ਦੀ ਇੱਕ ਮੋਰਲ ਵਿਕਟਰੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਨਾ ਕਿ ਨਾਅਰੇਬਾਜ਼ੀ ਕਰਨੀ ਵੀ ਗਲਤ ਨਹੀਂ ਹੈ। ਨਾਅਰੇਬਾਜ਼ੀ ਕਰਨੀ ਕਦੀ ਵੀ ਗਲਤ ਨਹੀਂ ਹੁੰਦੀ। ਅਸੀਂ ਕਹਿੰਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਕੋਲ ਬੈਠੇ ਸੀ, ਜਿਨ੍ਹਾਂ ਦੀ ਹਾਜ਼ਰੀ ਵਿੱਚ ਉਹ ਬੋਲੇ ਨੇ, ਦੇਰ ਆਏ ਦਰੁਸਤ ਆਏ। ਦੋਨਾਂ ਨੇ ਜਿਸ ਤਰੀਕੇ ਦੇ ਨਾਲ ਆਪਣੀ ਇਸ ਕੌਮ ਦੀ ਇਸ ਮੰਗ ਵੱਲ, ਜਿਸ ਤਰ੍ਹਾਂ ਉਹਨਾਂ ਨੇ ਆਪਣਾ ਇੱਕ ਸਮਰਥਨ ਦਿੱਤਾ ਹੈ, ਆਪਣੀ ਗੱਲ ਕਹੀ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਹੈ। ਔਰ ਕੁਦਰਤੀ ਸੀ ਕਿ ਦੁਸ਼ਮਣ ਦੇ ਖੇਮੇ ਦੇ ਵਿੱਚ ਜਾਂ ਜਿਹੜੇ ਲੋਕ ਖਾਲਿਸਤਾਨ ਦੇ ਵਿਰੋਧੀ ਨੇ, ਉਹਨਾਂ ਦੇ ਖੇਮੇ ਦੇ ਵਿੱਚ ਭੜਥੂ ਪਾਉਣਾ, ਔਰ ਭੜਥੂ ਪਿਆ। ਉਹਨਾਂ ਦੇ ਵਿੱਚ ਇੱਕ ਹਿਲਜੁਲ ਹੋਈ ਹੈ। ਉਹੀ ਸਿੱਖ ਇਸ ਤੋਂ ਨਾਰਾਜ਼ ਨੇ, ਉਹੀ ਸਿੱਖ ਬੋਲ ਰਹੇ ਨੇ ਜਿਹੜੇ ਹਿੰਦੁਸਤਾਨ ਦੇ ਸਿਸਟਮ ਦੇ ਵਿੱਚ ਵੱਡੇ ਪਦਵੀਆਂ 'ਤੇ ਬੈਠ ਚੁੱਕੇ ਨੇ, ਮੰਤਰੀ ਪਦ ਲੈ ਚੁੱਕੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਸਰਕਾਰੀ ਐਸ਼ੋ ਆਰਾਮ ਹੈ ਉਹ ਸਾਡੇ ਤੋਂ ਖੁੱਸਦਾ ਹੈ। ਇਹ ਉਵੇਂ ਹੀ ਹੈ ਕਿ 1947 ਤੋਂ ਪਹਿਲਾਂ ਜਿਹੜੇ ਹਿੰਦੁਸਤਾਨੀ ਬ੍ਰਿਟਿਸ਼ ਕੋਲੋਂ ਵੱਡੀਆਂ ਪਦਵੀਆਂ, ਗਵਰਨਰਸ਼ਿਪ ਲੈ ਕੇ ਅਤੇ ਉੱਚੇ ਅਹੁਦਿਆਂ 'ਤੇ ਲੈ ਕੇ, ਉਹਨਾਂ ਦਾ ਮਨ ਵੀ ਨਹੀਂ ਸੀ ਕਰਦਾ ਕਿ ਬ੍ਰਿਟਿਸ਼ ਇੱਥੋਂ ਜਾਣ, ਕਿਉਂਕਿ ਉਹ ਸਰਕਾਰੀ ਆਨੰਦ ਮਾਣ ਰਹੇ ਸੀ। ਸੋ ਜਿਹੜੇ ਸਿੱਖ ਹੁਣ ਸਰਕਾਰੀ ਆਨੰਦ ਮਾਣ ਰਹੇ ਨੇ, ਉਹਨਾਂ ਦੀ ਆਵਾਜ਼ਾਂ ਸੁਣਨ ਨੂੰ ਮਿਲੀਆਂ ਨੇ, ਪਰ ਬਹੁਤਾਤ ਸਿੱਖ ਜਿਹੜਾ ਹੈ ਉਹ ਇਸ ਬਿਆਨ ਤੋਂ ਖੁਸ਼ ਹੈ। ਕਿਹਾ ਜਾਂਦਾ ਕਿ ਇਹ ਅਕਾਲੀ ਦਲ ਬਾਦਲ ਦੀ ਸਹਿਮਤੀ ਦੇ ਨਾਲ ਦਿੱਤਾ ਹੈ। ਦੇਖੋ, ਹਰ ਗੱਲ ਦੇ ਪਿੱਛੇ ਇੱਕ ਕੌਨਸਪੀਰੇਸੀ ਦੇਖਣੀ, ਇਹ ਸਾਡੀ ਇੱਕ ਆਦਤ ਵੀ ਬਣ ਗਈ ਹੈ। ਔਰ ਜਿੱਥੇ ਸੰਘਰਸ਼ ਚੱਲ ਰਿਹਾ ਹੁੰਦਾ ਹੈ, ਉੱਥੇ ਇਹ ਜ਼ਰੂਰੀ ਵੀ ਹੁੰਦਾ। ਹਰ ਗੱਲ ਨੂੰ ਵਾਚਣਾ, ਸਮਝਣਾ, ਉਹਦੇ ਪਿੱਛੇ ਦੇਖਣਾ ਕਿ ਕੋਈ ਹੋਰ ਤਾਂ ਨਹੀਂ ਕੰਮ ਕਰ ਰਿਹਾ, ਇਹ ਬਹੁਤ ਜ਼ਰੂਰੀ ਹੁੰਦਾ ਸੰਘਰਸ਼ੀ ਲੋਕਾਂ ਲਈ। ਔਰ ਇਸ ਨੂੰ ਕੌਸ਼ੀਅਸ ਹੋ ਕੇ ਸੋਚਣਾ ਵੀ ਚਾਹੀਦਾ ਔਰ ਅਲਰਟ ਵੀ ਹੋਣਾ ਚਾਹੀਦਾ, ਕਿਉਂਕਿ ਤੁਸੀਂ ਲੜ ਰਹੇ ਹੋ ਅਤੇ
ਅਸੀਂ ਜਾਣਦੇ ਹਾਂ ਕਿ ਬਾਦਲ ਪਰਿਵਾਰ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਦਾ ਆ ਰਿਹਾ ਹੈ, ਪਰ ਮੈਨੂੰ ਇਸ ਇੱਕ ਇਨਸੀਡੈਂਟ ਦੇ ਵਿੱਚ, ਇਸ ਐਪੀਸੋਡ ਦੇ ਵਿੱਚ ਕੋਈ ਐਸੀ ਗੱਲ ਨਹੀਂ ਲੱਗਦੀ ਕਿ ਉਹਨਾਂ ਨੇ ਇਸ ਜਥੇਦਾਰ ਨੂੰ ਕਿਹਾ ਹੋਵੇ। ਮੈਂ ਇਹਦੀਆਂ 3 ਉਦਾਹਰਨਾਂ ਦਿੰਦਾ। ਨੰਬਰ 1, ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਤੇ ਸਾਨੂੰ ਥੋੜ੍ਹਾ ਜਿਹਾ ਉਹਦੇ ਪਿਛੋਕੜ ਵੱਲ ਜਾਣਾ ਚਾਹੀਦਾ ਹੈ। ਜਦੋਂ ਉਹ ਕਰਤਾਰਪੁਰ ਸਾਹਿਬ ਦੀ ਓਪਨਿੰਗ ਸੈਰੇਮਨੀ 'ਤੇ ਪਾਕਿਸਤਾਨ ਗਏ ਨੇ, ਉੱਥੇ ਉਹਨਾਂ ਨੇ 370 ਨੂੰ ਤੋੜਨ ਦੇ ਵਿਰੁੱਧ ਗੱਲ ਕੀਤੀ ਹੈ। ਉਹਨਾਂ ਨੇ ਕਸ਼ਮੀਰੀਆਂ ਦੇ ਨਾਲ ਇਕਜੁੱਟਤਾ ਪ੍ਰਗਟਾਈ ਹੈ ਔਰ ਉਸ ਵੇਲੇ ਮਹੱਤਵਪੂਰਨ ਗੱਲ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਉੱਥੇ ਬੈਠੇ ਸੀ ਔਰ ਉਹਨਾਂ ਦੀ ਇਹ ਸਟੇਟਮੈਂਟ ਅਕਾਲੀ ਦਲ ਅਤੇ ਮੋਦੀ ਸਰਕਾਰ ਦੇ ਬਿਲਕੁਲ ਉਲਟ ਸੀ। ਉਹਨਾਂ ਨੇ ਅਕਾਲੀ ਦਲ ਦੇ ਉਲਟ ਜਾ ਕੇ ਸਟੈਂਡ ਲਿਆ। ਜਦੋਂ ਅਕਾਲੀ ਦਲ ਨੇ $20 ਤੇ ਇੰਡੀਅਨ ਗਵਰਨਮੈਂਟ ਨੇ $20 ਤੇ ਆਪੱਤੀ ਉਠਾਈ, ਕਿੰਤੂ ਕੀਤਾ, ਤੇ ਗਿਆਨੀ ਹਰਪ੍ਰੀਤ ਸਿੰਘ ਸੀ ਜਿਨ੍ਹਾਂ ਨੇ ਕਿਹਾ ਸੀ ਸਾਨੂੰ ਪੈਸਿਆਂ ਦੀ ਪਰਵਾਹ ਨਹੀਂ, ਇੱਕ ਸਿੱਖ ਨੂੰ ਗੁਰੂ ਦੇ ਦਰਸ਼ਨ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਉਦੋਂ ਵੀ ਇਹਨਾਂ ਨੇ ਅਕਾਲੀ ਦਲ ਦੇ ਉਲਟ ਜਾ ਕੇ ਸਟੈਂਡ ਲਿਆ। ਉਸ ਦਿਨ 6 ਜੂਨ 2020 ਨੂੰ ਜਿਸ ਦਿਨ ਸਵੇਰੇ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਤੁਸੀਂ ਗੌਰ ਨਾਲ ਵਾਚੋ। ਹੁਣ ਤੱਕ ਸਾਰੇ ਜਥੇਦਾਰਾਂ ਨੇ ਸ਼ਹੀਦਾਂ ਦੀ ਪ੍ਰਸ਼ੰਸਾ ਕੀਤੀ ਹੈ, ਉਹਨਾਂ ਦੀ ਬਹਾਦਰੀ ਦੇ ਸੋਹਲੇ ਗਾਏ ਨੇ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ, ਪਰ ਕਿਸੇ ਵੀ ਜਥੇਦਾਰ ਨੇ ਉਹਨਾਂ ਦੇ ਅਨਫਿਨਿਸ਼ਡ ਏਜੰਡੇ ਦੀ ਗੱਲ ਨਹੀਂ ਕੀਤੀ। ਇਹਨਾਂ ਦੀ ਸਪੀਚ ਦੇ ਵਿੱਚ ਸੀਗਾ ਕਿ ਇਹ ਸ਼ਹੀਦ ਜਿਹੜੇ ਸਾਡੀ ਕੌਮ ਦੇ ਸ਼ਹੀਦ ਨੇ, ਇਹਨਾਂ ਸ਼ਹੀਦਾਂ ਨੇ ਕੁਝ ਨਿਸ਼ਾਨੇ ਵੀ ਮਿੱਥੇ ਸੀ। ਅਗਰ ਅਸੀਂ ਉਹ ਨਿਸ਼ਾਨੇ ਹਾਸਲ ਕਰਨੇ ਨੇ ਤੇ ਸਾਨੂੰ ਨੀਤੀ ਅਤੇ ਨੀਅਤ ਦੋਵਾਂ ਦੀ ਸੁਮੇਲਤਾ ਦਾ ਖਿਆਲ ਰੱਖਣਾ ਪਏਗਾ। ਸੋ ਜਦੋਂ ਉਹ ਸਵੇਰੇ ਇਹ ਗੱਲ ਕਰ ਰਹੇ ਸੀ ਨਿਸ਼ਾਨਿਆਂ ਦੀ, ਤੇ ਉਹਨਾਂ ਦੇ ਦਿਮਾਗ ਦੇ ਵਿੱਚ ਕੁਛ ਨਾ ਕੁਛ ਚੱਲ ਰਿਹਾ ਸੀ। ਹਾਂ ਠੀਕ ਹੈ ਕਿ ਉਸ ਤੋਂ ਬਾਅਦ ਪੱਤਰਕਾਰਾਂ ਨੇ ਸਵਾਲ ਕੀਤਾ ਔਰ ਉਸ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿਤੀ ਕਿ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ, ਤੇ ਇਹ ਸੱਚ ਵੀ ਹੈ। ਉਹਨਾਂ ਨੇ ਜਿਹੜੀ ਗੱਲ ਕਹੀ ਹੈ ਹਰ ਸਿੱਖ ਚਾਹੁੰਦਾ ਹੈ। ਹਾਂ, ਜਿਹੜੇ ਸਰਕਾਰੀ ਸਿੱਖ ਨੇ, ਜਿਹੜੇ ਅਹੁਦੇ ਲੈ ਕੇ ਬੈਠ ਗਏ ਨੇ, ਜਿਵੇਂ ਜਿਹੜੇ ਇੰਡੀਅਨਸ ਨੇ ਬ੍ਰਿਟਿਸ਼ ਕੋਲੋਂ ਅਹੁਦੇ ਲਏ ਸੀ, ਉਹ ਕਦੀ ਵੀ ਨਹੀਂ ਸੀ ਚਾਹੁੰਦੇ ਕਿ ਬ੍ਰਿਟਿਸ਼ ਗਵਰਨਮੈਂਟ ਇੱਥੋਂ ਜਾਵੇ। ਸੋ ਇਹ ਸਿੱਖ ਨਹੀਂ ਚਾਹੁੰਦੇ, ਪਰ ਮੈਂ ਬਹੁਤ ਕਲੀਅਰ ਹਾਂ ਕਿ ਜਿਨ੍ਹਾਂ ਸਿੱਖਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਵਿਰੋਧਤਾ ਵੀ ਕੀਤੀ ਹੈ, ਨਿਖੇਧੀ ਵੀ ਕੀਤੀ ਹੈ, ਜਿਹੜੇ ਸਿੱਖ ਅਹੁਦੇਦਾਰਾਂ ਨੇ ਸਰਕਾਰ ਦੇ ਵਿੱਚ ਬੈਠੇ ਹੋਣ, ਚਾਹੇ ਉਹ ਕਿਸੇ ਵੀ ਜਗ੍ਹਾ ਤੇ ਬੈਠੇ ਹੋਣ, ਅਗਰ ਅੱਜ ਖਾਲਿਸਤਾਨ ਬਣਦਾ ਤੇ ਇਹ ਸਿੱਖ ਸਾਰੇ ਦੇ ਸਾਰੇ ਸੱਚੇ ਖਾਲਿਸਤਾਨੀ ਹੋਣ ਦਾ ਇੱਕ ਡਰਾਮਾ ਵੀ ਕਰਨਗੇ। ਸੋ ਇਹ ਇੱਕ ਤਰੀਕੇ ਦਾ ਜਿਹੜਾ ਬਿਆਨ ਹੈ, ਇਹ 36 ਸਾਲ ਦੇ ਸਿੱਖ ਸੰਘਰਸ਼ ਦੇ ਉੱਤੇ ਮੋਹਰ ਹੈ। ਇਹ ਉਹਨਾਂ ਸਿੰਘਾਂ ਦੀ ਜਿਨ੍ਹਾਂ ਨੇ ਖੂਨ ਡੋਲਿਆ, ਜਿਨ੍ਹਾਂ ਨੇ ਜੇਲਾਂ ਕੱਟੀਆਂ, ਜਿਹੜੇ ਅੱਜ ਵੀ ਨਜ਼ਰਬੰਦ ਨੇ, ਉਹਨਾਂ ਦੀ ਮੋਰਲ ਵਿਕਟਰੀ ਹੈ, ਨੈਤਿਕ ਜਿੱਤ ਹੈ। ਅਕਾਲ ਤਖਤ ਦਾ ਖਾਲਿਸਤਾਨ ਦੇ ਉੱਤੇ ਪੋਜ਼ਿਟਿਵ ਬਿਆਨ ਆਉਣਾ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਰੱਖਦਾ ਹੈ। ਹਰ ਗੱਲ ਨੂੰ ਕੌਨਸਪੀਰੇਸੀ ਐਂਗਲ ਨਾਲ ਦੇਖ ਕੇ ਛੁਟਿਆਉਣਾ ਵੀ ਨਹੀਂ ਚਾਹੀਦਾ, ਅਲਰਟ ਰਹਿਣਾ ਚਾਹੀਦਾ। ਅਕਾਲੀ ਦਲ ਬਾਦਲ ਦੀ ਜਿਹੜੀ ਬਦਨੀਤੀ ਹੈ, ਜਿਹੜੀਆਂ ਸਿੱਖ ਇੰਸਟੀਟਿਊਸ਼ਨਸ ਨੂੰ ਉਹਨੇ ਰੋਲਿਆ, ਉਹ ਗੱਲ ਵੀ ਸਾਡੇ ਧਿਆਨ ਵਿੱਚ ਹੋਣੀ ਚਾਹੀਦੀ ਹੈ। ਪਰ ਕਿਸੇ ਵਿਅਕਤੀ ਦੇ ਇੰਡੀਪੈਂਡੈਂਟ ਕਿਰਦਾਰ ਨੂੰ ਜਾਂ ਉਹਦੇ ਹੁਣ ਤੱਕ ਦੇ ਸਾਰੇ ਬਿਆਨਾਂ ਨੂੰ ਵੀ ਭਾਂਪਣਾ ਚਾਹੀਦਾ। ਇੱਕ ਗੱਲ ਬੜੀ ਕਲੀਅਰ ਹੈ ਕਿ ਜਿਸ ਦਿਨ ਦੇ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ, ਉਹਨਾਂ ਨੇ ਬੜੇ ਛੋਟੇ ਬੇਬੀ ਸਟੈਪਸ ਲਏ ਨੇ। ਬੇਬੀ ਸਟੈਪਸ ਦਾ ਮਤਲਬ ਉਹ ਬੜੇ ਸਹਿਜੇ ਹੌਲੇ ਚੱਲ ਰਹੇ ਨੇ, ਤੇ ਉਹਨਾਂ ਦੀ ਇੱਕ ਮੰਤਵ ਬੜੀ ਕਲੀਅਰ ਹੈ ਕਿ ਮੋਡਰੇਟਸ ਨੇ ਤੇ ਉਹਨਾਂ ਨੂੰ ਜਥੇਦਾਰ ਬਣਾਇਆ ਹੈ, ਪਰ ਉਹ ਹਾਰਡਲਾਈਨਰਸ ਜਿਹੜੇ ਸੁਹਿਰਦ ਪੰਥਕ ਧਿਰਾਂ ਨੇ ਜਾਂ ਸ਼ਖਸੀਅਤਾਂ ਨੇ, ਉਹਨਾਂ ਨੂੰ ਵੀ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ। ਤੇ ਉਹ ਪਿਛਲੇ 6 ਮਹੀਨੇ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਉਹ ਖਾਲਿਸਤਾਨੀ ਧਿਰਾਂ ਨੂੰ, ਪੰਥਕ ਧਿਰਾਂ ਨੂੰ ਕਿਸੇ ਤਰੀਕੇ ਆਪਣੇ ਨਾਲ ਜੋੜ ਸਕਣ। ਤੇ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ, ਮੈਂ ਸਮਝਦਾ ਕਿ ਇਹ ਬਿਆਨ ਵੀ ਉਸੇ ਕੋਸ਼ਿਸ਼ ਦਾ ਹਿੱਸਾ ਹੈ। ਇਨਸਾਨ ਦੇ ਅੰਦਰ ਕੁਛ ਨਾ ਕੁਛ ਪਿਆ ਹੁੰਦਾ ਤਾਂ ਹੀ ਨਿਕਲਦਾ। ਬੇਸ਼ੱਕ ਉਹਨਾਂ ਨੂੰ ਪੁੱਛਿਆ ਤਾਂ ਹੀ ਨਿਕਲਿਆ, ਲੇਕਿਨ ਇਹਦੇ ਬਾਵਜੂਦ ਉਹਨਾਂ ਦੇ ਅੰਦਰ ਸੀ ਤਾਂ ਨਿਕਲਿਆ। ਉਹਨਾਂ ਨੇ 6 ਜੂਨ ਨੂੰ ਅਕਾਲ ਤਖਤ ਸਾਹਿਬ ਵਿਖੇ ਇਹ ਗੱਲ ਕਰਕੇ ਇੱਕ ਰਾਈਟ ਮੌਕੇ, ਇੱਕ ਰਾਈਟ ਗੱਲ ਕਰਨ ਦੀ ਸੋਚੀ ਹੈ। ਉਹਨਾਂ ਨੂੰ ਮੌਕਾ ਦਿੱਤਾ ਗਿਆ ਜਾਂ ਉਹਨਾਂ ਨੇ ਮੌਕਾ ਲਿਆ, ਇਹ ਇੱਕ ਸੈਕੰਡਰੀ ਗੱਲ ਹੈ। ਕੁਝ ਰਾਜਨੀਤਿਕ ਲੋਕ ਉਹਨਾਂ ਦਾ ਬੜਾ ਵਿਰੋਧ ਕਰਦੇ ਨੇ, ਖਾਸ ਕਰ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ, ਆਮ ਆਦਮੀ ਪਾਰਟੀ, ਕਾਂਗਰਸ, ਇਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ? ਵਿਰੋਧਤਾ ਹੋਣੀ ਸੁਭਾਵਕ ਸੀ। ਸਿੱਖ
ਅਦਾਰਿਆਂ ਵੱਲੋਂ ਵੀ ਵਿਰੋਧਤਾ ਹੋ ਰਹੀ ਹੈ, ਸਿੱਖ ਮਿਨਿਸਟਰਸ ਵੱਲੋਂ ਵੀ ਵਿਰੋਧਤਾ ਹੋ ਰਹੀ ਹੈ। ਪਰ ਦੇਖੋ ਇਹ ਸਾਰੇ ਕਿਰਦਾਰ ਦੇ ਸਿੱਖ ਨਹੀਂ ਹੈ। ਇਹ ਸਿਰਫ ਇਹਨਾਂ ਦੀ ਲਾਇਲਟੀ ਹੈ ਉਹ ਕਿਤੇ ਹੋਰ ਵੱਜੀ ਹੋਈ ਹੈ, ਕਿਤੇ ਹੋਰ ਇਹ ਜੁੜੇ ਹੋਏ ਨੇ। ਸ਼ੱਕ ਹੋਣਾ ਇੱਕ ਅਲੱਗ ਗੱਲ ਹੈ। ਸ਼ੱਕ ਇਸ ਕਰਕੇ ਹੈ ਕਿਉਂਕਿ ਅਕਾਲੀ ਦਲ ਬਾਦਲ ਦਾ ਕਿਰਦਾਰ ਸ਼ੱਕੀ ਹੈ, ਕਿਉਂਕਿ ਅਪੋਇੰਟ ਅਕਾਲੀ ਦਲ ਬਾਦਲ ਕਰਦਾ ਹੈ, ਇਸ ਕਰਕੇ ਸ਼ੱਕ ਹੋਣਾ ਸੁਭਾਵਕ ਸੀ। ਪਰ ਮੈਂ ਸਮਝਦਾ ਕਿ ਅਗਰ ਕੋਈ ਵਿਅਕਤੀ ਦਿਆਨਤਦਾਰੀ ਦੇ ਨਾਲ ਅੱਗੇ ਆਉਂਦਾ ਤਾਂ ਉਸ ਨੂੰ ਮੌਕਾ ਵੀ ਦਿੱਤਾ ਜਾਣਾ ਚਾਹੀਦਾ ਹੈ, ਅਲਰਟ ਰਹਿੰਦੇ ਹੋਏ, ਸਾਵਧਾਨ ਰਹਿੰਦੇ ਹੋਏ। ਦੇਖੋ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਇਹੀ ਇਸੇ ਤਰਜ਼ ਦੇ ਉੱਤੇ ਬਹੁਤ ਵਾਰ ਕਹਿ ਚੁੱਕੇ ਨੇ ਕਿ ਮੈਨੂੰ ਪੁੱਛਦੇ ਨੇ, ਜਰਨੈਲ ਸਿੰਘ ਨੇ ਬਹੁਤ ਵਾਰ ਇਹ ਗੱਲ ਕਹੀ ਹੈ, ਮੈਂ ਜਰਨੈਲ ਸਿੰਘ ਨੂੰ ਕੋਟ ਕਰ ਰਿਹਾ ਕਿ ਮੈਨੂੰ ਪੁੱਛਦੇ ਨੇ ਕਿ ਤੁਸੀਂ ਖਾਲਿਸਤਾਨ ਬਾਰੇ ਦੱਸੋ। ਮੈਂ ਕਹਿਣਾ ਚਾਹੁੰਦਾ ਕਿ ਨਾ ਮੈਂ ਹਮਾਇਤੀ ਹਾਂ ਨਾ ਮੈਂ ਵਿਰੋਧੀ ਹਾਂ, ਮੰਗਦਾ ਮੈਂ ਹੈ ਨਹੀਂ, ਜੇ ਦੇਣਗੇ ਤਾਂ ਅਸੀਂ ਛੱਡਣਾ ਨਹੀਂ। ਜੇ ਇਸ ਵਾਰ ਕੇਂਦਰ ਨੇ ਸਾਨੂੰ ਖਾਲਿਸਤਾਨ ਦਿੱਤਾ ਤੇ ਅਸੀਂ ਲੈ ਜ਼ਰੂਰ ਲੈਣਾ ਹੈ, 47 ਵਾਲੀ ਗਲਤੀ ਐਤਕੀ ਨਹੀਂ ਕਰਨੀ। ਇਹ ਸਟੇਟਮੈਂਟ ਜਾਂ ਮਿਲਦੀ ਜੁਲਦੀ ਸਟੇਟਮੈਂਟ ਉਹਨਾਂ ਨੇ ਬਹੁਤ ਵਾਰੀ ਕਹੀ ਹੈ। ਭਾਈ ਅਮਰੀਕ ਸਿੰਘ, ਕਿਸੇ ਨੇ ਕਿਹਾ ਕਿ ਭਾਈ ਅਮਰੀਕ ਸਿੰਘ ਨੂੰ ਖਾਲਿਸਤਾਨ ਦੇ ਕੇਸ ਤਹਿਤ ਪਕੜ ਰਹੇ ਨੇ, ਤੇ ਕਹਿੰਦੇ ਜੇ ਅਮਰੀਕ ਸਿੰਘ ਨੂੰ ਉਹਦੇ ਉੱਤੇ ਖਾਲਿਸਤਾਨ ਦਾ ਕੇਸ ਪਾ ਕੇ 1 ਸਾਲ ਅੰਦਰ ਰੱਖ ਲੈਂਦੇ ਨੇ ਤੇ ਹੋਰ ਚਾਹੀਦਾ ਕੀ ਹੈ। ਜਿਹੜਾ ਖਾਲਿਸਤਾਨ ਦੇਰ ਨਾਲ ਬਣਦਾ ਸੀ ਉਹ ਛੇਤੀ ਬਣ ਜਾਏਗਾ। ਸੋ ਉਹਨਾਂ ਦੇ ਇਹ ਬਿਆਨ ਬਹੁਤ ਵਾਰ ਸੁਣਨ ਨੂੰ ਮਿਲੇ ਨੇ, ਪੜ੍ਹਨ ਨੂੰ ਮਿਲੇ ਨੇ। ਬਟ ਠੀਕ ਹੈ, ਉਹ ਖਾਲਿਸਤਾਨ ਲਈ ਵਰਕ ਵੀ ਕਰ ਰਹੇ ਸੀ, ਸੰਘਰਸ਼ ਵੀ ਕਰ ਰਹੇ ਸੀ, ਯਤਨਸ਼ੀਲ ਵੀ ਸੀ। ਉਹਨਾਂ ਨੇ ਆਪਣੀ ਸ਼ਹਾਦਤ ਵੀ ਦਿੱਤੀ ਆਪਣੇ ਸਾਥੀਆਂ ਦੇ ਨਾਲ। ਪਰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਨਿਭਾ ਰਹੇ ਨੇ। ਇਹਨਾਂ ਦਾ ਸੰਕੇਤਕ ਰੂਪ ਦੇ ਵਿੱਚ ਇਹ ਗੱਲ ਕਹਿਣਾ ਬਹੁਤ ਵੱਡੀ ਗੱਲ ਹੈ। ਦੇਖੋ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕਹੀ ਹੈ। ਗੱਲ ਦੀ ਇੰਪੋਰਟੈਂਸ ਦੇਖੋ ਕਿ ਅੱਜ ਤੋਂ ਬਾਅਦ ਹਰ ਸਿੱਖ ਨੌਜਵਾਨ ਕੋਲ ਇੱਕ ਗੱਲ ਹੈ ਕਹਿਣ ਨੂੰ ਦੁਨੀਆ ਨੂੰ, ਜਿੱਥੇ ਕੋਈ ਪੁਲਿਸ ਵਾਲਾ, ਕੋਈ ਸਰਕਾਰ, ਕੋਈ ਮੀਡੀਆ ਉਹਨੂੰ ਕਹਿੰਦਾ ਕਿ ਤੁਸੀਂ ਖਾਲਿਸਤਾਨੀ ਜਿਹੜੇ ਹੋ ਉਹ ਮੁੱਠੀ ਭਰੋ, ਉਹ ਕਹੇਗਾ ਜਥੇਦਾਰ ਦਾ ਬਿਆਨ ਪੜ੍ਹ, ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ। ਅਸੀਂ 2.5 ਟੋਟਰੂ ਨਹੀਂ ਹਾਂ, ਅਸੀਂ 2 ਕਰੋੜ ਹਾਂ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਹਿੰਦੁਸਤਾਨ ਨੂੰ ਬਹੁਤ ਵੱਡਾ ਮੈਸੇਜ ਹੈ। ਮੀਡੀਆ ਦਾ ਇੱਕ ਵੱਡਾ ਹਿੱਸਾ ਵੀ ਵਿਰੋਧ ਤਾਂ ਕਰ ਰਿਹਾ। ਹਰ ਇੱਕ ਦੇ ਆਪਣੇ ਆਪਣੇ ਇੰਟਰਸਟ ਹੁੰਦੇ ਨੇ, ਹਿੱਤ ਹੁੰਦੇ ਨੇ। ਇੱਕ ਵਾਰ ਹਰ ਇੱਕ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਕੋਲੋਂ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਗਿਆਨੀ ਜੀ ਨੇ ਅਚਾਨਕ ਇਹ ਗੱਲ ਕਹਿ ਕਿੱਦਾਂ ਦਿੱਤੀ, ਇਹ ਗੱਲ ਕਹਿ ਕਿੱਦਾਂ ਦਿੱਤੀ। ਮੈਂ ਸਮਝਦਾ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਇਹ ਗੱਲ ਕਹਿਣ ਦਾ ਇੱਕ ਢੁਕਵਾਂ ਮੌਕਾ ਸੀ। ਅਸੀਂ ਤੇ ਕਹਿੰਦੇ ਹਾਂ ਉਹਨਾਂ ਨੂੰ 36 ਸਾਲ ਕਿਉਂ ਲੱਗ ਗਏ ਗੱਲ ਕਹਿਣ ਲਈ। ਜਥੇਦਾਰ ਗਿਆਨੀ ਜੀ ਤੇ ਚਲੋ 1 ਸਾਲ ਪਹਿਲਾਂ ਆਏ ਨੇ, ਜਿਹੜੇ ਪਹਿਲਾਂ ਵੀ ਜਥੇਦਾਰ ਆਏ ਨੇ, ਇਹ ਅਕਾਲ ਤਖਤ ਨੂੰ 36 ਸਾਲ ਪਹਿਲਾਂ ਕਹਿ ਦੇਣੀ ਚਾਹੀਦੀ ਸੀ। ਚਲੋ ਦੇਰ ਆਏ ਦਰੁਸਤ ਆਏ, 36 ਸਾਲ ਲੱਗੇ ਪਰ ਗੱਲ ਕਹੀ ਤੇ ਗਈ। ਅਸੀਂ ਜਿਹੜੀ ਗੱਲ ਕਹੀ ਗਈ ਹੈ ਉਸ ਨੂੰ ਫੜੀਏ, ਨਾ ਕਿ ਉਹਦੇ ਪਿੱਛੇ ਜਿਹੜੀਆਂ ਗੁੰਝਲਾਂ ਨੇ ਉਹਨੂੰ ਫਰੋਲਣਾ ਸ਼ੁਰੂ ਕਰ ਦਈਏ। ਅਮਰਪਾਲ ਜੀ, ਭਾਰਤ ਸਰਕਾਰ ਨੇ ਗੁਰਦੁਆਰਿਆਂ ਵਿੱਚ ਪ੍ਰਸ਼ਾਦ ਵੰਡਣ ਤੇ ਲੰਗਰ ਵੰਡਣ ਤੇ ਜਿਹੜਾ ਹੈਗਾ ਰੋਕ ਲਗਾਈ ਗਈ ਹੈ। ਗੁਰਦੁਆਰੇ ਨਹੀਂ ਬਲਕਿ ਸਾਰੇ ਧਾਰਮਿਕ ਸਥਾਨਾਂ ਨੂੰ ਕਿਹਾ ਗਿਆ ਕਿ ਤੁਸੀਂ ਨਾ ਤਾਂ ਸ਼ਰਧਾਲੂ ਨੂੰ ਪ੍ਰਸ਼ਾਦ ਦੇ ਸਕਦੇ, ਉਹਨਾਂ ਨੂੰ ਫ੍ਰੀ ਫੂਡ ਯਾਨੀ ਕਿ ਲੰਗਰ ਦੇ ਸਕਦੇ। ਮੈਂ ਇਹ ਵੀ ਪੜ੍ਹਿਆ ਕਿ ਜਿਹੜੀਆਂ ਨਵੀਆਂ ਹੋਮ ਮਿਨਿਸਟਰੀ ਦੀਆਂ ਗਾਈਡਲਾਈਨਸ ਆਈਆਂ ਨੇ, ਜਦੋਂ ਧਾਰਮਿਕ ਸਥਾਨ ਖੋਲ੍ਹੇ ਗਏ ਨੇ ਤੇ ਉਹਨਾਂ ਨੇ ਕਿਹਾ ਤੁਸੀਂ ਪ੍ਰਸ਼ਾਦ ਨਹੀਂ ਵੰਡ ਸਕਦੇ, ਤੁਸੀਂ ਲੰਗਰ ਨਹੀਂ ਬਣਾ ਸਕਦੇ। ਤੇ ਇੱਕ NDTV ਦੀ ਨਿਊਜ਼ ਸੀਗੀ ਕਿ ਈਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਵੀ ਮਨਾਹੀ ਹੈ। ਔਰ ਇਹ ਤਿੰਨੇ ਗੱਲਾਂ ਦੀ ਜਿਹੜੀ ਉਹਨਾਂ ਨੇ ਕੰਡੀਸ਼ਨਸ ਲਾਈਆਂ ਨੇ, ਮੰਦਭਾਗੀ ਤਾਂ ਹੈ ਨਹੀਂ, ਬੜੀਆਂ ਦੁਖਦਾਈ ਕੰਡੀਸ਼ਨਸ ਨੇ। ਬੜਾ ਅਫਸੋਸ ਹੋਇਆ ਇਹ ਗੱਲਾਂ ਭਾਰਤ ਸਰਕਾਰ ਦੇ ਕੋਲੋਂ ਸੁਣ ਕੇ। ਉਸ ਤੋਂ ਵੱਧ ਅਫਸੋਸ ਇਹ ਹੋਇਆ ਕਿ ਸ਼੍ਰੋਮਣੀ ਕਮੇਟੀ ਨੇ ਪ੍ਰਸ਼ਾਦ ਬਣਾਉਣ ਦੀ ਇਜਾਜ਼ਤ ਲੈਣ ਲਈ ਚਿੱਠੀ ਪਾਤੀ ਹੈ ਕੇਂਦਰ ਸਰਕਾਰ ਨੂੰ। ਅਸਲ ਵਿੱਚ ਜੇ ਤੁਸੀਂ ਇਹਦੇ ਪਿਛੋਕੜ ਵੱਲ ਦੇਖੋ ਨਾ, ਇਹ ਹੁਣ ਕਿਉਂ ਭਾਰਤ ਸਰਕਾਰ ਨੇ ਗੱਲ ਕਹੀ, ਅੱਜ ਤੱਕ ਤੇ ਉਹਨਾਂ ਵਾਸਤੇ ਧਾਰਮਿਕ ਸਥਾਨ ਬੰਦ ਸੀ, ਜਦਕਿ ਸਾਡੇ ਧਾਰਮਿਕ ਸਥਾਨ ਖੁੱਲ੍ਹੇ ਸੀ। ਉਹਨਾਂ ਦੀ ਨਜ਼ਰ ਵਿੱਚ ਇਹ ਬੰਦ ਸੀ, ਪਰ ਸਾਡੇ ਤਾਂ ਖੁੱਲ੍ਹੇ ਸੀ। ਸਾਡੇ ਤੇ ਪ੍ਰਸ਼ਾਦ ਵੀ ਵੰਡਿਆ ਜਾ ਰਿਹਾ ਸੀ, ਪ੍ਰਸ਼ਾਦ ਵੰਡਿਆ ਵੀ ਜਾ ਰਿਹਾ ਸੀ।
ਤੇ ਲੰਗਰ ਵੀ ਚੱਲ ਰਹੇ ਸੀ ਤੇ ਸਰੋਵਰ 'ਚ ਇਸ਼ਨਾਨ ਵੀ ਹੋ ਰਿਹਾ ਸੀ। ਪਰ ਕਿਉਂਕਿ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਰਾਹੀਂ ਧਾਰਮਿਕ ਸਥਾਨ ਬੰਦ ਨੇ, ਉਹਨਾਂ ਨੇ ਇਹ ਗੱਲ ਪਹਿਲਾਂ ਨਹੀਂ ਕਹੀ, ਅੱਜ ਉਹਨਾਂ ਨੇ ਧਾਰਮਿਕ ਸਥਾਨ ਖੋਲ੍ਹਣ ਦੇ ਨਾਲ ਇਹ ਗੱਲਾਂ ਕਹੀਆਂ। ਮੈਨੂੰ ਨਹੀਂ ਪਤਾ ਕਿ ਦੂਸਰੇ ਧਰਮਾਂ ਨੂੰ ਇਸ 'ਤੇ ਇਤਰਾਜ਼ ਹੈ ਨਹੀਂ ਹੈ, ਜਾਂ ਉਹਨਾਂ ਨੂੰ ਇਹਦੇ ਵਿੱਚ ਕੀ ਔਕੜਾਂ ਸਹਿਣੀਆਂ ਪੈਣਗੀਆਂ, ਪਰ ਸਾਨੂੰ ਸਖਤ ਇਤਰਾਜ਼ ਹੈ। ਸਾਨੂੰ ਭਾਰਤ ਸਰਕਾਰ ਦੇ ਆਰਡੀਨੈਂਸ 'ਤੇ ਵੀ ਸਖਤ ਇਤਰਾਜ਼ ਹੈ, ਤੇ ਸਾਨੂੰ ਇਸ ਗੱਲ ਦਾ ਵੀ ਦੁੱਖ ਹੈ ਤੇ ਅਫਸੋਸ ਹੈ ਕਿ ਸ਼੍ਰੋਮਣੀ ਕਮੇਟੀ ਉਹਨਾਂ ਕੋਲੋਂ ਪਰਮਿਸ਼ਨ ਲੈਣ ਲਈ ਚਿੱਠੀ ਕਿਉਂ ਪਾ ਰਹੀ ਹੈ। ਸਾਨੂੰ ਬੜੀ ਸਪਸ਼ਟ ਤੌਰ 'ਤੇ ਇਹ ਗੱਲ ਸ਼੍ਰੋਮਣੀ ਕਮੇਟੀ ਨੂੰ ਕਹਿ ਦੇਣੀ ਚਾਹੀਦੀ ਹੈ, ਮਿਸਟਰ ਮੋਦੀ ਸੌਰੀ, ਸਾਡੀ ਮਰਿਆਦਾ ਦੇ ਵਿੱਚ ਲੰਗਰ, ਪ੍ਰਸ਼ਾਦ ਤੇ ਸਰੋਵਰ ਪਾਰਟ ਐਂਡ ਪਾਰਸਲ ਨੇ, ਹਿੱਸਾ ਨੇ, ਅਨਿੱਖੜਵਾਂ ਅੰਗ ਨੇ, ਤੇ ਇਹ ਮਰਿਆਦਾ ਉਸ ਦਿਨ ਤੋਂ ਚਾਲੂ ਹੈ ਜਿਸ ਦਿਨ ਦਾ ਤੁਸੀਂ ਲੋਕਡਾਊਨ ਦਾ ਆਰਡਰ ਕੀਤਾ ਹੋਇਆ। ਤੇ ਅਸੀਂ ਪਹਿਲਾਂ ਵੀ ਲੰਗਰ, ਪ੍ਰਸ਼ਾਦ ਤੇ ਸਰੋਵਰ ਦੇ ਵਿੱਚ ਸਿੰਘ ਇਸ਼ਨਾਨ ਕਰਦੇ, ਸੰਗਤਾਂ ਇਸ਼ਨਾਨ ਕਰਦੀਆਂ ਆਈਆਂ, ਇਹ ਅੱਗੋਂ ਵੀ ਕਰਦੀਆਂ ਰਹਿਣਗੀਆਂ। ਸਾਨੂੰ ਤੁਹਾਡੀਆਂ ਗਾਈਡਲਾਈਨਸ ਮਨਜ਼ੂਰ ਨਹੀਂ ਹੈ, ਤੁਸੀਂ ਇਸ ਨੂੰ ਵਾਪਸ ਕਰੋ, ਤੁਸੀਂ ਕਿਸੇ ਹੋਰ 'ਤੇ ਲਾਗੂ ਕਰੋ, ਤੁਸੀਂ ਇਸ ਨੂੰ ਰਿਵਿਊ ਕਰੋ, ਇਹ ਤੁਹਾਡੀ ਮਰਜ਼ੀ ਹੈ, ਪਰ ਸੌਰੀ ਅਸੀਂ ਇਸ ਨੂੰ ਲਾਗੂ ਨਹੀਂ ਕਰ ਸਕਦੇ ਕਿਉਂਕਿ ਸਾਡੀ ਮਰਿਆਦਾ ਦਾ ਹਿੱਸਾ ਹਨ। ਸੋ ਇਹ ਗੱਲ ਬੜੀ ਸਖਤ ਤਰੀਕੇ ਦੇ ਨਾਲ ਭਾਰਤ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿਣੀ ਚਾਹੀਦੀ ਹੈ। ਬੜੀ ਹਾਸੋਹੀਣੀ ਦੀਆਂ ਗੱਲਾਂ ਕਰ ਰਹੇ ਨੇ, ਧਾਰਮਿਕ ਸਥਾਨ ਖੋਲ੍ਹ ਰਹੇ ਨੇ ਤੇ ਜਿਹੜੀਆਂ ਉਹਨਾਂ ਦੀਆਂ ਮਰਿਆਦਾ ਦੇ ਵਿੱਚ ਜਿਹੜਾ ਉਹਨਾਂ ਦਾ ਮਰਿਆਦਾ ਦੇ ਵਿੱਚ ਜੋ ਗੱਲਾਂ ਆਉਂਦੀਆਂ ਨੇ ਉਹਦੇ 'ਤੇ ਪਾਬੰਦੀ ਲਾ ਰਹੇ ਨੇ। ਇਹ ਕਿੱਦਾਂ ਹੋ ਸਕਦਾ ਹੈ ਕਿ ਧਾਰਮਿਕ ਸਥਾਨ ਖੁੱਲ੍ਹੇ ਨੇ ਤੇ ਪ੍ਰਸ਼ਾਦ ਨਾ ਹੋਵੇ, ਸਰੋਵਰ 'ਚ ਇਸ਼ਨਾਨ ਨਾ ਹੋਵੇ ਤੇ ਤੁਸੀਂ ਲੰਗਰ ਨਾ ਹੋਣ? ਉਸ ਤਰ੍ਹਾਂ ਤੇ ਸਾਰੇ ਦੇਸ਼ ਦੇ ਵਿੱਚ ਲੰਗਰ ਥਾਂ ਥਾਂ ਵਰਤਾਏ ਗਏ, ਔਰ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਮਿਨਿਸਟਰ ਨੇ ਧੰਨਵਾਦ ਕੀਤਾ ਸਿੱਖ ਕੌਮ ਦਾ, ਉਦੋਂ ਨਹੀਂ ਇਹਨਾਂ ਨੂੰ ਦਿਖਿਆ। ਇਹ ਇੱਕ ਆਈ ਡੋਂਟ ਨੋ ਦੂਸਰੇ ਧਰਮ ਇਸ ਬਾਰੇ ਕਿੱਦਾਂ ਰਿਐਕਟ ਕਰਨਗੇ, ਪਰ ਸ਼੍ਰੋਮਣੀ ਕਮੇਟੀ ਨੂੰ ਬਹੁਤ ਸਖਤ ਤਰੀਕੇ ਦੇ ਨਾਲ ਰਿਐਕਟ ਕਰਨਾ ਚਾਹੀਦਾ ਹੈ। ਕਹਿ ਦੇਣਾ ਚਾਹੀਦਾ ਸਾਨੂੰ ਤੁਹਾਡੀਆਂ ਇਹ ਜਿਹੜੀਆਂ ਬੇਫਜ਼ੂਲ ਔਰ ਬੇਤੁਕੀਆਂ ਕੰਡੀਸ਼ਨਸ ਨੇ ਮਨਜ਼ੂਰ ਨਹੀਂ ਹੈ, ਔਰ ਜੇ ਇਹਦੇ ਬਾਵਜੂਦ ਸਰਕਾਰ ਕੋਈ ਕਾਰਵਾਈ ਕਰਦੀ ਹੈ ਸਾਡੇ ਗੁਰਧਾਮਾਂ ਦੇ ਖਿਲਾਫ ਤੇ ਕੌਮ ਨੂੰ ਇਹਦੇ ਬਾਰੇ ਸੁਚੇਤ ਕੀਤਾ ਜਾਵੇ, ਔਰ ਫਿਰ ਕੌਮ ਦੇਖੇਗੀ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਨਾਲ ਨਜਿੱਠਣਾ ਹੈ, ਕਿਉਂਕਿ ਇਹ ਗੱਲਾਂ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੀਆਂ। ਤੇ ਨਾ ਹੀ ਪ੍ਰਸ਼ਾਦ ਵੰਡਣ ਲਈ ਜਾਂ ਧਾਰਮਿਕ ਸਥਾਨਾਂ ਦੇ ਵਿੱਚ ਇਸ਼ਨਾਨ ਲਈ ਜਾਂ ਲੰਗਰ ਲਈ ਪਰਮਿਸ਼ਨ ਲੈਣੀ ਚਾਹੀਦੀ ਹੈ। ਅੱਜ ਜੇ ਤੁਸੀਂ ਪਰਮਿਸ਼ਨ ਲੈਣ ਦੀਆਂ ਗੱਲਾਂ ਕਰਦੇ ਹੋ, ਇਹ ਵੀ ਆਪਣੇ ਆਪ ਦੇ ਵਿੱਚ ਅਗਾਂਹ ਦੇ ਵਿੱਚ ਇੱਕ ਗਲਤ ਪਿਰਤ ਨੂੰ ਜਨਮ ਦੇਣ